शुरू करने वाले नाम लिखा लो नाम लिखा लो लिखा दो तुम जाओ लिखो ओ होना है हेलो ਅਸੀਂ ਤੁਹਾਡੇ ਕੋਲ ਆਉਣੇ 12:30 ਪੌਣੇ ਸੁਣੋ ਜੀ ਹਾਂਜੀ ਸਵਾਮੀ ਸਾਹਿਬ ਆ ਜਾਓ बस इन्नी कुछ ਥੱਲੋਂ ਹੋਣ ਨੂੰ ਤਾਂ ਟੁੱਟੇ ਨਹੀਂ ਸਾੜੀ ਹੋਰ ਕੁੜੀ ਇੱਥੋਂ ਚੱਲੇ ਘੁੰਮਣਾ क्या नाम बन सकता फेसबुक ਉੱਤੇ ਚੜ੍ਹ ਉਹਦੀ ਸਹੀ ਆ ਇਹਨੇ ਚਾਰ ਲਾਉਣੇ ਆ ਪਹਿਲੇ ਹੀ ਸ਼ਾਟ ਤੇ ਜਾਂਦੇ ਆਇਓ ਉੱਪਰ ਆ ਜਾਓ ਭਾਜੀ थल्ले बढ़ा दे यार पिछों ਤੁਹਾਡੀ ਹੋ ਗਈ ਹਾਂਜੀ ਹਾਂਜੀ ਸਵਾਨੀ ਸਾਹਿਬ ਪਹਿਲੇ ਆਉਣ ਪਹਿਲਾਂ ਹਾਂ ਹਾਂ ਜਾਣਾ ਆਪਣਾ ਲੱਗੀ ਕੰਮ ਤਾਂ ਨਹੀਂ ਬਾਕੀ ਸਵਾਨੀ ਸਾਹਿਬ ਕੁਝ ਨਹੀਂ ਹੁੰਦਾ ਤੁਸੀਂ ਲੈ ਲਿਆ ਕਰੋ ਇਹਨੂੰ ਪਹਿਲੋਂ ਆ ਕੇ ਦੁਬਾਰਾ ਨਹੀਂ ਆਉਂਦੇ ਕਮਰਾ ਹੋਰ ਹੀ ਹੋ ਗਿਆ ਕੰਮ ਸਾਹਿਬ ਕਹਿੰਦੇ ਮੈਂ ਸਾਹਿਬ ਦਾ ਬਣਾ ਮੈਨੂੰ ਡਰ ਲੱਗਦਾ ਇਹਨੂੰ ਆ ਜਾਣਾ ਸਾਹਿਬ ਮੈਂ ਸਾਰੇ ਆ ਜਾਓ ਵਿਸ਼ਾਲ ਜੀ ਇੱਧਰ ਦੀ ਆ ਜਾਓ ਉੱਪਰ ਦੀ ਅੰਦਰ ਦੇਖੋ ਜੀ ਉੱਪਰ ਦੀ ਆ ਜਾਓ ਤੁਸੀਂ ਇੱਧਰ ਹੀ ਆ ਜਾਓ ਨਹੀਂ ਬੰਦ ਕੀਤਾ ਭਾਈ ਪਿੱਛੇ ਨੂੰ ਲੱਗ ਕੇ ਬੜਾ ਇੱਕ ਵਾਰੀ ਫੇਰ ਲਾਇਆ ਸਵਾਨੀ ਸਾਹਿਬ ਆਓ ਸਵਾਨੀ ਸਾਹਿਬ ਕਿੱਥੇ ਲਾ ਲੈਂਦੇ ਨੇ ਸੈਕਿੰਡ ਜਿੰਦਰ ਇੱਕ ਕਰ ਦੇ ਜਿੰਦਰ ਜਿੰਦਰ
ਤੁਹਾਡੇ ਬੱਚੇ ਲੱਭਿਆ ਹੁਣ ਤੁਹਾਡੇ ਬੱਚੇ ਲੱਭਿਆ ਕਿਤੇ ਖਬਰ ਲਾ ਜਸ ਕਿੱਥੇ ਗਿਆ ਗਿਆ ਜੀ ਰਾਮਗੜ੍ਹ ਗਿਆ ਸਾਰੇ ਵਿਊਅਰਸ ਨੂੰ ਅਸੀਂ ਇੱਕ ਵਾਰ ਫਿਰ ਤੋਂ ਦੱਸ ਦਈਏ ਕੋਵਿਸ਼ੀਲਡ ਦੀ ਵੈਕਸੀਨੇਸ਼ਨ ਦਾ ਡਰਾਈਵ ਚੱਲ ਰਹੀ ਹੈ ਕਰੋਨਾ ਮਹਾਮਾਰੀ ਨੂੰ ਖਾਤਮਾ ਕਰਨ ਲਈ। ਇਹ 'ਚ ਫਗਵਾੜਾ ਸ਼ਹਿਰ ਵਾਸੀ ਵੱਧ ਚੜ ਕੇ ਹਿੱਸਾ ਲੈ ਰਹੇ ਨੇ। ਇਹ ਵੈਕਸੀਨੇਸ਼ਨ ਡਰਾਈਵ ਇਸ ਟਾਈਮ ਫਗਵਾੜਾ 'ਚ ਕੁਲਥਮ ਫੈਸ਼ਨ ਫੇਅਰ ਤੇ ਚੱਲ ਰਹੀ ਹੈ JCI ਵੱਲੋਂ। ਤੁਸੀਂ ਦੇਖ ਸਕਦੇ ਹੋ ਕਿ ਇਸ ਵੈਕਸੀਨੇਸ਼ਨ ਡਰਾਈਵ ਦੇ ਵਿੱਚ ਕਿਸ ਤਰੀਕੇ ਨਾਲ ਸਾਰੇ ਸ਼ਹਿਰ ਵਾਸੀ ਵੱਧ ਚੜ ਕੇ ਇੱਥੇ ਪਹੁੰਚੇ ਨੇ ਤਾਂ ਕਿ ਵੈਕਸੀਨੇਸ਼ਨ ਡਰਾਈਵ ਦੇ ਵਿੱਚ ਹਿੱਸਾ ਲੈ ਸਕਣ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਰਿਆਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸ਼ਹਿਰ ਦੇ MLA ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਵੀ ਆਏ ਹੋਏ ਨੇ ਔਰ ਰਿੰਪੀ ਕਿੰਦਰਾ ਜੀ ਵੀ ਆਏ ਹੋਏ ਨੇ। ਇਸ ਟਾਈਮ ਤੁਹਾਡੀ ਲਾਈਵ ਤਸਵੀਰਾਂ ਵਿੱਚ ਤੁਹਾਨੂੰ ਧਾਲੀਵਾਲ ਸਾਹਿਬ ਦਿਖ ਰਹੇ ਹੋਣਗੇ ਸਕਾਈ ਬਲੂ ਪਗੜੀ ਦੇ ਵਿੱਚ। ਇਹ ਸਾਰੇ ਇੱਥੇ ਇਸ ਟਾਈਮ ਪਹੁੰਚੇ ਨੇ ਤਾਂ ਕਿ ਹੱਲਾਸ਼ੇਰੀ ਦੇ ਸਕਣ ਸ਼ਹਿਰ ਵਾਸੀਆਂ ਨੂੰ ਵੈਕਸੀਨੇਸ਼ਨ ਵਾਸਤੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਦੌਰ ਤੋਂ ਸਾਡਾ ਦੇਸ਼ ਗੁਜ਼ਰ ਰਿਹਾ ਹੈ। ਇਸ ਐਮਰਜੈਂਸੀ ਸਿਚੁਏਸ਼ਨ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਦੇਸ਼ ਦੇ ਵਿੱਚ ਕੀ ਨਾ ਮਾੜਾ ਹਾਲ ਹੈ ਜੀ, ਕਿੰਨੀ ਪ੍ਰੋਬਲਮ ਆ ਰਹੀ ਹੈ, ਆਕਸੀਜਨ ਦੀ ਕਮੀ ਆ ਰਹੀ ਹੈ, ਵੈਕਸੀਨੇਸ਼ਨ ਦੀ ਕਮੀ ਆ ਰਹੀ ਹੈ। ਔਰ ਅਸੀਂ ਇੱਥੇ ਬੜੇ ਖੁਸ਼ਨਸੀਬ ਹੈ ਪੰਜਾਬ ਦੇ ਵਿੱਚ ਜਿੱਥੇ ਇਸ ਟਾਈਮ ਆਕਸੀਜਨ ਦੀ ਵੀ ਕੋਈ ਕਮੀ ਨਹੀਂ ਹੈ ਔਰ ਨਾ ਹੀ ਵੈਕਸੀਨੇਸ਼ਨ ਦੀ ਕੋਈ ਕਮੀ ਹੈ। ਔਰ ਇੱਥੇ ਤੁਸੀਂ ਦੇਖ ਸਕਦੇ ਹੋ ਵੈਕਸੀਨੇਸ਼ਨ ਡਰਾਈਵ ਚੱਲ ਰਹੀ ਹੈ ਔਰ ਵੱਧ ਚੜ ਕੇ ਲੋਕੀ ਹਿੱਸਾ ਲੈ ਰਹੇ ਨੇ। और देखो इस टाइम वैक्सीनेशन लगन जा रही है, ਤੁਸੀਂ ਸਾਰੇ ਜਾਣੇ ਦੇਖ ਸਕਦੇ ਹੋ। ਹਾਂਜੀ ਗੁੱਡ ਮਾਰਨਿੰਗ ਗੌਰਵ ਜੀ, ਤੁਸੀਂ ਇਸ ਟਾਈਮ ਲਾਈਵ ਹੋ, ਤੁਸੀਂ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋਗੇ ਕਿ ਵੱਧ ਤੋਂ ਵੱਧ ਲੋਕੀ ਇੱਥੇ ਪਹੁੰਚਣ ਵੈਕਸੀਨੇਸ਼ਨ ਡਰਾਈਵ ਦਾ ਪਾਰਟ ਬਣਨ ਲਈ। ਇਹ ਡਰਾਈਵ JCI ਫਗਵਾੜਾ JCI of ਫਗਵਾੜਾ ਜ਼ੋਨ 1 ਵੱਲੋਂ ਤੇ ਕਲੋਥ ਮਰਚੈਂਟ ਐਸੋਸੀਏਸ਼ਨ ਦੇ ਨਾਲ ਮਿਲ ਕੇ ਡਰਾਈਵ ਸ਼ੁਰੂ ਕੀਤੀ ਗਈ ਹੈ ਤੇ ਅਸੀਂ ਅਪੀਲ ਕਰਦੇ ਹਾਂ JCI ਵੱਲੋਂ ਤੇ ਕਲੋਥ ਮਰਚੈਂਟ ਐਸੋਸੀਏਸ਼ਨ ਵੱਲੋਂ ਕਿ ਸਾਰੇ ਹੀ ਲੋਕ ਜਿਹੜੇ 45+ ਨੇ ਆਪਣੀ ਵੈਕਸੀਨੇਸ਼ਨ ਕਰਵਾਉਣ ਤੇ ਇੱਕ ਹੈਲਦੀ ਲਾਈਫ ਦੇ ਨਾਲ ਅੱਗੇ ਵਧਣ ਤੇ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਜਿੱਦਾਂ ਦੀ ਅਫਵਾਹਾਂ ਫੈਲਾਈਆਂ ਜਾ ਰਹੀਆਂ। ਕੋਈ ਅਫਵਾਹਾਂ ਤੇ ਧਿਆਨ ਨਾ ਦਿਓ, ਇਹ ਜ਼ਰੂਰੀ ਹੈ ਔਰ ਹਰ ਬੰਦਾ ਇਸ ਚੀਜ਼ ਦੀ ਵੈਕਸੀਨੇਸ਼ਨ ਦਾ ਫਾਇਦਾ ਲਵੇ ਤੇ ਅਸੀਂ ਕੁਲਥਮ ਫੈਸ਼ਨ ਤੇ ਅੱਜ ਬੰਗਾ ਰੋਡ ਤੇ ਵੈਕਸੀਨੇਸ਼ਨ ਡਰਾਈਵ ਚਲਾਈ ਹੈ ਤੇ ਸਾਰੇ ਹੀ ਇੱਥੇ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਹੋ ਸਕੇ ਰਜਿਸਟਰ ਕਰਵਾ ਕੇ ਤੇ ਆਪਣੀ ਵੈਕਸੀਨੇਸ਼ਨ ਲਓ ਤੇ JCI ਫਗਵਾੜਾ ਅੱਗੇ ਵੀ ਇਹ ਵੈਕਸੀਨੇਸ਼ਨ ਡਰਾਈਵ ਜਾਰੀ ਰੱਖੇਗਾ ਤੇ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਫਗਵਾੜਾ ਨੂੰ ਕਿ ਜਿੰਨੀ ਜਲਦੀ ਹੋ ਸਕਦਾ ਆਪਣੇ ਵੈਕਸੀਨੇਸ਼ਨ ਲੈ ਲਓ। ठीक है, धन्यवाद। हाँ जी ਲਾਈਵ या ਓਕੇ ਸੋ JCI of ਫਗਵਾੜਾ ਵੱਲੋਂ ਇਹ ਸਾਡਾ 10th ਕੈਂਪ ਹੈ ਔਰ ਹਰ ਕੈਂਪ ਵਿੱਚ ਸਾਡਾ 150 to 200 ਵੈਕਸੀਨੇਟ ਹੋ ਰਹੇ ਹੈ ਲੋਕੀ ਔਰ ਮੇਰੇ ਨਾਲ JCI ਫਗਵਾੜਾ ਸ਼ਕਤੀ ਦੇ ਪ੍ਰੈਜ਼ੀਡੈਂਟ ਹੈ JC ਕਰਨਦੀਪ ਗੁਲਾਟੀ ਐਂਡ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ 1 ਮਈ ਤੋਂ ਅਸੀਂ ਇੱਕ ਮੈਗਾ ਡਰਾਈਵ ਲੈ ਕੇ ਆ ਰਹੇ ਹਾਂ। ਸੋ ਕਿਰਨ ਹਾਂਜੀ ਹੈਲੋ ਸਾਰਿਆਂ ਨੂੰ या मोस्ट वेलकम। ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ JCI of ਫਗਵਾੜਾ ਵੱਲੋਂ ਅਸੀਂ ਮੈਗਾ ਡਰਾਈਵ ਸਟਾਰਟ ਕਰ ਰਹੇ ਹਾਂ 1 ਮਈ ਤੋਂ ਐਸ ਪਰ ਗਵਰਨਮੈਂਟ ਗਾਈਡਲਾਈਨਸ ਅਸੀਂ 18+ ਨੂੰ ਵੈਕਸੀਨੇਟ ਕਰ ਸਕਦੇ ਹਾਂ। ਸੋ ਜਿਹੜਾ ਫਰਸਟ ਕੈਂਪ ਹੋਣ ਜਾ ਰਿਹਾ ਸਾਡੇ ਵੱਲੋਂ ਮੈਗਾ ਡਰਾਈਵ ਦੈਟ ਵਿਲ ਬੀ ਹੈਪਨਿੰਗ ਇਨ ਮਾਡਲ ਟਾਊਨ ਨੀਅਰ ਸਿੰਘ ਸਭਾ ਗੁਰਦੁਆਰਾ। ਜੇ ਉਹਦੇ ਲਈ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਚੋਂ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਹੋ JCI of ਫਗਵਾੜਾ ਨੂੰ ਐਂਡ ਵੀ ਵਿਲ ਡੈਫੀਨਿਟਲੀ ਡੂ ਯੋਰ ਰਜਿਸਟ੍ਰੇਸ਼ਨ ਪ੍ਰਾਇਰ ਤਾਂ ਕਿ ਤੁਹਾਨੂੰ ਉੱਥੇ ਹਾਸਲ ਫ੍ਰੀ ਫੈਸਿਲਿਟੀ ਮਿਲੇ
ਤੁਸੀਂ ਸਾਨੂੰ ਸਾਡੇ ਨਾਲ ਕੈਂਪ ਆਰਗੇਨਾਈਜ਼ ਕਰਨਾ ਚਾਹੁੰਦੇ ਹੋ, ਅਸੀਂ ਉਹ ਵੀ ਕਰਨ ਲਈ ਤਿਆਰ ਆ। ਤੁਹਾਨੂੰ ਸਾਡੇ ਵੱਲੋਂ ਪ੍ਰੋਪਰ ਮੈਨੇਜਮੈਂਟ ਹਰ ਚੀਜ਼ ਦੀ ਹੈਲਪ ਮਿਲੇਗੀ, ਟੀਮ ਖੁਦ ਅਸੀਂ ਸਾਰਾ ਕੁਝ ਕਰਾਂਗੇ। ਉਸ ਡਰਾਈਵ ਦੇ ਵਿੱਚ ਕੋਵੈਕਸਿਨ ਲੱਗੇਗੀ ਜਾਂ ਕੋਵਿਸ਼ੀਲਡ ਲੱਗੇਗੀ? ਸਰ ਇਹ ਗਵਰਨਮੈਂਟ ਦੱਸੇਗੀ, ਜੋ ਠੀਕ ਹੈ ਸਟਾਕ ਜੀ। 'ਚ ਹੋਏਗਾ ਉਸ ਦਿਨ ਉਹ ਲੱਗੇਗੀ। ਇਹ ਹਰ ਡੇ ਇੱਕ ਨਵੀਂ ਹੁੰਦੀ ਹੈ। 90% ਵੈਸੇ ਕੋਵਿਸ਼ੀਲਡ ਲੱਗ ਰਹੀ ਹੈ, ਕੋਵੈਕਸਿਨ ਵੀ ਵਿੱਚ ਆਉਂਦੀ ਹੈ, ਬਟ ਉਹ ਐਜ਼ ਪਰ ਦਾ ਡਿਮਾਂਡ ਐਂਡ ਸਪਲਾਈ ਜੋ ਗਵਰਨਮੈਂਟ ਦੇ ਕੋਲ ਰਿਕਾਰਡਸ ਨੇ ਉਹਦੇ ਹਿਸਾਬ ਨਾਲ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਫॉर द ਇਨਫੋਰਮੇਸ਼ਨ। ਤੁਸੀਂ ਦੇਖ ਰਹੇ ਹੋ ਸਾਈਡ ਬਾय ਸਾਈਡ ਦੇਖੋ ਵੈਕਸੀਨੇਸ਼ਨ ਡਰਾइव ਚੱਲ ਰਹੀ ਹੈ ਔਰ ਵੈਕਸੀਨਸ ਉਪਲਬਧ ਹੈ ਇੱਥੇ। ਔਰ ਅਸੀਂ ਬਹੁਤ ਹੀ ਭਾਗਿਆਸ਼ਾਲੀ ਹਾਂ ਕਿ ਸਾਨੂੰ ਪੰਜਾਬ ਦੇ ਵਿੱਚ ਵੈਕਸੀਨਸ ਇਸ ਟਾਈਮ ਮਿਲ ਰਹੀ ਹੈ। ਕਾਫੀ ਸਟੇਟਸ ਐਸੀਆਂ ਜਿੱਥੇ ਵੈਕਸੀਨੇਸ਼ਨ ਦੀ ਵੀ ਕਮੀ ਹੈ ਔਰ ਆਕਸੀਜਨ ਦੀ ਵੀ ਕਮੀ ਹੈ। ਔਰ ਅਸੀਂ ਦੇਖ ਸਕਦੇ ਹਾਂ ਉਸ ਪ੍ਰੋਬਲਮ ਤੋਂ ਬਚਣ ਲਈ ਅਸੀਂ ਟਾਈਮ ਸਿਰ ਆਪਣੇ ਆਪ ਨੂੰ ਵੈਕਸੀਨੇਟ ਕਰਵਾ ਲਈਏ ਤਾਂ ਕਿ ਸਾਡਾ ਦੇਸ਼ ਬਚ ਸਕੇ, ਸਾਡਾ ਪੰਜਾਬ ਬਚ ਸਕੇ। कर लिया मैं फोन दे दो, मैंने आवाज चेक करनी है। ਹਾਂਜੀ, ਬਹੁਤ ਬਹੁਤ ਨਮਸਕਾਰ ਜੀ। ਔਰ ਅੱਜ ਦੀ ਵੈਕਸੀਨੇਸ਼ਨ ਡਰਾਈਵ ਬਾਰੇ ਤੁਸੀਂ ਸ਼ਹਿਰ ਵਾਸੀਆਂ ਨੂੰ ਕੁਝ ਦੱਸਣਾ ਚਾਹੋਗੇ? ਲਾਈਵ ਹੋ ਤੁਸੀਂ ਇੱਕ ਲਾਈਨ ਤੁਹਾਡੇ ਕੋਲ। ਬਹੁਤ ਅੱਛਾ ਕੰਮ ਕਰ ਰਹੇ ਹੈ, ਸਾਰਾ ਜੋ ਹੋ ਰਿਹਾ ਉਹਨਾਂ ਲਈ ਬਹੁਤ ਵਧੀਆ ਕੰਮ ਹੈ। ਮੈਂ ਸਭ ਨੂੰ ਇਹ ਅਪੀਲ ਕਰਾਂਗਾ ਕਿ ਵੈਕਸੀਨ ਲਗਵਾਉਣ ਤੋਂ ਡਰੋ ਨਹੀਂ, ਜ਼ਰੂਰ ਲਗਵਾਓ। ਕੱਲ੍ਹ ਨੂੰ ਅਗਰ ਵੈਕਸੀਨ ਲਗਵਾਉਣ ਤੋਂ ਬਾਅਦ ਕਰੋਨਾ ਹੁੰਦਾ ਤਾਂ ਸਾਡੇ ਤੇ ਇਫੈਕਟ ਨਹੀਂ ਕਰੇਗਾ। ਇਸ ਕਰਕੇ ਮੇਰੀ ਸਭ ਤੋਂ ਅੱਗੇ ਬੇਨਤੀ ਹੈ ਕਿ ਇਹਨੂੰ ਜ਼ਰੂਰ ਤੇ ਜ਼ਰੂਰ ਲਵਾਓ। ਸਰਕਾਰ ਦਾ ਉਪਰਾਲਾ ਸਹੀ ਹੋਊਗਾ। ਥੈਂਕ ਯੂ। ਤੋਂ ਬਚਾਅ ਹੋਇਆ ਹੈਗਾ, ਤੇ ਇਸ ਕਰਕੇ ਮੈਂ ਉਮੀਦ ਕਰਦਾ, ਨਾਲ ਹੀ ਅਪੀਲ ਵੀ ਕਰਦਾਂਗਾ ਸਾਰੇ ਫਗਵਾੜਾ ਵਾਸੀਆਂ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਵੱਧ ਤੋਂ ਵੱਧ ਜਿਹੜਾ ਇਸ ਡਰਾਈਵ ਵਿੱਚ ਸਹਿਯੋਗ ਦੇ ਕੇ ਜਿਹੜਾ ਹੈਗਾ ਇੰਜੈਕਸ਼ਨ ਲਵਾਏ ਜਾਣ, ਤਾਂ ਜੋ ਆਪਾਂ ਸਾਰੇ ਜਾਣਦੇ ਕਿ ਜਿਹੜੀ ਸੈਕੰਡ ਲੇਅਰ ਹੈ ਹੁਣ ਜਿਹੜੀ ਚੱਲ ਰਹੀ ਹੈਗੀ ਇੰਡੀਆ ਵਿੱਚ ਔਰ ਪੰਜਾਬ ਵਿੱਚ ਵੀ ਜਿਹੜੀ ਬੜੀ ਘਾਤਕ ਹੈਗੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿੱਥੇ ਸਮੇਂ-ਸਮੇਂ ਸਿਰ ਜਿੰਨੀਆਂ ਵੀ ਹੈਲਥ ਡਿਪਾਰਟਮੈਂਟ ਵੱਲੋਂ ਤੇ ਸਰਕਾਰ ਵੱਲੋਂ ਜਿਹੜੀਆਂ ਇੰਸਟਰਕਸ਼ਨਸ ਜਿਹੜੀਆਂ ਉਹ ਫੋਲੋ ਕਰਨੀਆਂ ਚਾਹੀਦੀਆਂ। ਉਹਦੇ ਨਾਲ ਹੀ ਸਾਨੂੰ ਜਿਹੜਾ ਇੱਕ ਦੂਜੇ ਦਾ ਸਹਿਯੋਗ ਕਰਕੇ ਜਿਹੜਾ ਹੈਗਾ ਇਸ ਬਿਮਾਰੀ ਦੇ ਖਿਲਾਫ ਲੜਨ ਲਈ ਤਿਆਰ ਰਹਿਣਾ ਚਾਹੀਦਾ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਹੋਰ ਵੀ ਜਿਹੜੇ ਲੋੜਵੰਦ ਅਤੇ ਸਮਾਜਿਕ ਦਾਇਰੇ ਨੂੰ ਵਧਾਉਂਦੇ ਹੋਏ ਜਿਹੜੇ ਲੋੜਵੰਦ ਪਰਿਵਾਰ ਹੈਗੇ ਜਾਂ ਇਹ ਡਰਾਈਵ ਨੂੰ ਘਰ ਘਰ ਤੱਕ ਪਹੁੰਚਾਈਏ, ਤਾਂ ਜੋ ਸਾਰਿਆਂ ਨੂੰ ਜਿਹੜੀ ਇਸ ਇੰਜੈਕਸ਼ਨ ਦਾ ਜਿਹੜਾ ਲਾਭ ਦਿੱਤਾ ਜਾ ਸਕੇ। ਧੰਨਵਾਦ ਜੀ। ਐਮਐਲਏ ਸਾਹਿਬ, ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੂੰਗਾ। ਸਾਡਾ ਪੰਜਾਬ ਹਾਲੀ ਇਸ ਮਹਾਮਾਰੀ ਤੇ ਜਿਹੜੇ ਦੁਸ਼ਪਰਿਣਾਮਾਂ ਤੋਂ ਬਚਿਆ ਹੋਇਆ ਆ। ਇੱਥੇ ਹਾਲੀ ਆਕਸੀਜਨ ਦੀ ਘਾਟ ਨਹੀਂ ਹੋਈ, ਨਾ ਹੀ ਕੋਈ ਵੈਂਟੀਲੇਟਰ ਦੀ ਘਾਟ ਹੋਈ ਹੈ, ਨਾ ਹੀ ਵੈਕਸੀਨੇਸ਼ਨ ਦੀ ਘਾਟ ਹੋਈ ਹੈ। ਬਟ ਆਉਣ ਵਾਲੇ ਸਮੇਂ ਦਾ ਸਾਨੂੰ ਕੁਝ ਨਹੀਂ ਪਤਾ। ਅਸੀਂ ਬਾਕੀ ਸਟੇਟਾਂ 'ਚ ਦੇਖ ਰਹੇ ਹਾਂ ਕਿੰਨਾ ਬੁਰਾ ਹਾਲ ਹੈ। ਕੀ ਸਾਡੀ ਸਟੇਟ ਜਾਂ ਸਾਡਾ ਡਿਸਟ੍ਰਿਕਟ ਜਾਂ ਸਾਡਾ ਸ਼ਹਿਰ ਉਸ ਆਉਣ ਵਾਲੇ ਸਮੇਂ ਲਈ ਤਿਆਰ ਹੈ? ਅਸੀਂ ਨਹੀਂ ਚਾਹੁੰਦੇ ਕਿ ਉਹ ਸਮਾਂ ਆਵੇ, ਬਟ ਨਾ ਚਾਹੁੰਦੇ ਹੋਏ ਵੀ ਜੇ ਅਗਰ ਕੁਦਰਤ ਦੇ ਤੌਰ ਤੇ ਸਾਨੂੰ ਉਹ ਸਹਿਣਾ ਪਵੇ, ਕੀ ਅਸੀਂ ਉਹਦੇ ਲਈ ਤਿਆਰ ਹਾਂ? ਜਿਸ ਤਰ੍ਹਾਂ ਕਿ ਜਦੋਂ ਪਿਛਲੇ ਸਾਲ ਮਾਰਚ ਵਿੱਚ ਇਹ ਜਿਹੜੀ ਲਹਿਰ ਜਿਹੜੀ ਸਟਾਰਟ ਹੋਈ ਸੀਗੀ ਇਹ ਘਾਤਕ ਬਿਮਾਰੀ, ਤਾਂ ਉਸ ਸਮੇਂ ਵਿੱਚ ਵੀ ਸਾਰੇ ਫਗਵਾੜਾ ਵਾਸੀਆਂ ਨੇ ਜਿਹੜਾ ਹੈਗਾ ਬਹੁਤ ਹੀ ਵੱਡਾ ਉਪਰਾਲਾ ਕੀਤਾ ਸੀ। ਉਹਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ, ਵੱਖ-ਵੱਖ NGOs ਨੇ, ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਜਿਹੜਾ ਹੈਗਾ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਜਿੱਥੇ ਉਦੋਂ ਲੋਕਾਂ ਨੂੰ ਸੁੱਕਾ ਰਾਸ਼ਨ ਪ੍ਰੋਵਾਈਡ ਕੀਤਾ, ਉੱਥੇ ਲੰਗਰ ਦੀ ਸੇਵਾ ਬਹੁਤ ਕੀਤੀ ਗਈ ਸੀਗੀ। ਔਰ ਉਹਨਾਂ ਸਾਰਿਆਂ ਦੇ ਸਹਿਯੋਗ ਸਦਕੇ ਜਿਹੜਾ ਪਹਿਲੀ ਲਹਿਰ ਸੀ ਜਿਹੜੇ ਉਹਦੇ ਵਿੱਚ ਵੀ ਆਪਾਂ ਫਗਵਾੜੇ ਵਿੱਚ ਜਿਹੜਾ ਹੈਗਾ ਇਸ ਬਿਮਾਰੀ ਨੂੰ ਰੋਕਣ ਵਿੱਚ ਕਾਫੀ ਕਾਮਯਾਬ ਹੋਏ ਸੀਗੇ। ਤੇ ਹੁਣ ਜਿਹੜੀ ਸੈਕੰਡ ਲੇਅਰ ਚੱਲਦੀ ਹੈ ਜੋ ਕਿ ਬੜੀ ਘਾਤਕ ਹੈਗੀ ਆ, ਤਾਂ ਇਸ ਵਿੱਚ ਵੀ ਜਿਵੇਂ ਕਿ ਆਪਾਂ ਸਾਰੇ ਦੇਖਦੇ ਹਾਂ ਕਿ ਸਾਰੇ ਦੇਸ਼ ਵਿੱਚ ਔਰ ਕਈਆਂ ਪ੍ਰਾਂਤਾਂ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈਗੀ ਆ, ਪਰ ਫਿਰ ਵੀ ਪੰਜਾਬ ਸਰਕਾਰ ਔਰ ਖਾਸ ਕਰਕੇ ਸਾਡੇ ਸਰਕਾਰ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਵਿਸ਼ੇਸ਼ ਉਪਰਾਲਾ ਹੈਗਾ ਕਿ ਬੇਸ਼ੱਕ ਦੀ ਕੋਈ ਵੀ ਕੀਮਤ ਚੁਕਾਉਣੀ ਪਵੇ ਤਾਂ ਇਸ ਬਿਮਾਰੀ ਦੇ ਜਿਹੜੇ ਦੁਸ਼ਪ੍ਰਭਾਵ ਹੈਗਾ ਉਹਨਾਂ ਤੋਂ ਬਚਣ ਲਈ ਹਰ ਉਪਰਾਲਾ ਕੀਤਾ ਜਾਊਗਾ। ਇਸ ਕਰਕੇ ਜੇਕਰ ਜਾਗਰੂਕ ਵੀ ਕੀਤਾ ਜਾ ਰਿਹਾ ਔਰ ਨਾਲ ਹੀ ਵੱਧ ਤੋਂ ਵੱਧ ਜਿਹੜੀ ਇੰਜੈਕਸ਼ਨ ਡਰਾਈਵ ਚਲਾਈ ਜਾ ਰਹੀ ਹੈਗੀ, ਤਾਂ ਜੋ ਕਿਉਂਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਬੇਸ਼ੱਕ ਜਿਹੜਾ ਜਦੋਂ ਇੰਜੈਕਸ਼ਨਸ ਲੱਗ ਜਾਂਦੇ ਹੈਗੇ ਤਾਂ ਇਸ ਬਿਮਾਰੀ ਨੂੰ ਜੇਕਰ ਬਾਈ ਚਾਂਸ ਕੋਈ ਪਰਿਵਾਰ ਜਾਂ ਵਿਅਕਤੀ ਅਫੈਕਟਡ ਹੁੰਦਾ
ਤਾਂ ਉਹਦੀ ਜਿਹੜਾ ਫਰਟੀਲਿਟੀ ਰੇਟ ਹੈਗਾ ਉਹ ਘਟ ਜਾਂਦਾ ਹੈਗਾ, ਫਰਟੀਲਿਟੀ ਰੇਟ ਘਟ ਜਾਂਦਾ ਹੈਗਾ। ਤਾਂ ਇਸ ਕਰਕੇ ਇਸ ਵਾਸਤੇ ਸਾਰੇ ਹੀ ਐਡਮਿਨਿਸਟ੍ਰੇਸ਼ਨ ਪਲੱਸ ਨਾਲ ਹੀ ਫਗਵਾੜਾ ਦੇ ਵਾਸੀ ਵੀ ਜਿਹੜੇ ਹੈਗੇ ਜਾਗਰੂਕ ਹੈਗੇ ਨੇ। ਔਰ ਆਪਾਂ ਸਾਰੇ ਜਾਣਦੇ ਕਿ ਕਈ ਹਲਕਿਆਂ ਦੇ ਵਿੱਚ ਲੋਕੀ ਵੈਕਸੀਨੇਸ਼ਨ ਤੋਂ ਵੀ ਕਤਰਾਉਂਦੇ ਹੈਗੇ, ਪਰ ਫਗਵਾੜੇ ਵਿੱਚ ਜਿਹੜੀ ਇਸ ਵਾਸਤੇ ਸਾਡੀ ਸਾਰੀ ਜਨਤਾ ਵੀ ਵਧਾਈ ਦੇ ਪਾਤਰ ਹਨ ਕਿ ਉਹ ਆਪ ਖੁਦ ਆ ਕੇ ਜਿਹੜਾ ਹੈਗਾ ਇੰਜੈਕਸ਼ਨ ਡਰਾਈਵ ਵਿੱਚ ਹਿੱਸਾ ਲੈ ਰਹੇ ਹੈਗੇ। ਨਹੀਂ, ਅਸੀਂ ਕਹਿਣਾ ਚਾਹੁੰਦੇ ਕਿ ਇਨਫ ਆਕਸੀਜਨ ਸਪਲਾਈ ਸਾਡੇ ਸ਼ਹਿਰ 'ਚ ਹੈਗੀ ਆ, ਜਾਂ ਆਉਣ ਵਾਲੇ ਟਾਈਮ 'ਚ ਅਸੀਂ ਆਕਸੀਜਨ ਸਪਲਾਈ ਮੇਨਟੇਨ ਕਰਨ ਲਈ ਕੁਝ ਕਰ ਰਹੇ ਹਾਂ, ਆਪਣਾ ਟਾਈ ਅਪਸ ਹੈ ਤਾਂ ਕਿ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਹੌਸਲਾ ਦੇ ਸਕੀਏ, ਕਿਉਂਕਿ ਇਸ ਟਾਈਮ ਅਸੀਂ ਲਾਈਵ ਹੈ, ਸਾਡੇ ਸ਼ਹਿਰ ਵਾਸੀ ਸਾਰੇ ਸੁਣ ਰਹੇ ਆ ਕਿ ਆਕਸੀਜਨ ਦੀ ਸਪਲਾਈ ਨੂੰ ਸਾਡੇ ਸ਼ਹਿਰ ਨੂੰ ਕਦੀ ਦਿੱਕਤ ਨਾ ਆਵੇ। ਬਸ ਅਸੀਂ ਇਹ ਚਾਹੁੰਦੇ ਹਾਂ। ਜਿਸ ਤਰ੍ਹਾਂ ਕਿ ਦੇਸ਼ ਦੇ ਕਾਫੀ ਹਿੱਸਿਆਂ ਵਿੱਚ ਜਿਹੜੇ ਆਕਸੀਜਨ ਦੀ ਸਪਲਾਈ ਤੋਂ ਲੈ ਕੇ ਕਾਫੀ ਹਾਹਾਕਾਰ ਮੱਚੀ ਹੋਈ ਹੈਗੀ ਹੈ, ਪਰ ਸਾਡੇ ਪੰਜਾਬ ਵਿੱਚ ਅਤੇ ਖਾਸ ਕਰਕੇ ਫਗਵਾੜੇ ਵਿੱਚ ਅਜਿਹਾ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਪਿੱਛੇ ਜੇ ਮੇਰੇ ਵਾਈਫ ਅਫੈਕਟਡ ਹੋਏ ਸੀਗੇ ਤਾਂ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਕਰਾਇਆ, ਕਿਉਂਕਿ ਲੋਕਾਂ ਦੇ ਵਿੱਚ ਕਈ ਵਾਰੀ ਹੁੰਦਾ ਹੈਗਾ ਅਜੇ ਫਸਟ ਸਟੇਜ ਹੀ ਹੈ ਜਾਂ ਸੈਕੰਡ ਸਟੇਜ ਹੈ ਤਾਂ ਲੋਕ ਜਿਹੜਾ ਪੈਨਿਕ ਕ੍ਰੀਏਟ ਕਰਕੇ ਜਿਹੜਾ ਹੈਗਾ ਉਹ ਬਾਹਰਲੇ ਹਸਪੀਟਲਸ ਜਿਹੜੇ ਪ੍ਰਾਈਵੇਟ ਹਸਪੀਟਲਸ ਉਹਨਾਂ ਵਿੱਚ ਜਾਂਦੇ ਹੈਗੇ। ਪਰ ਜੇਕਰ ਤੁਸੀਂ ਸਿਵਲ ਹਸਪੀਟਲ ਵਿੱਚ ਵੀ ਆਓ ਅਤੇ ਪ੍ਰੀਕਾਸ਼ਨਸ ਲਓ ਤਾਂ ਮੇਰੇ ਕੋਲ ਕੋਈ ਜ਼ਰੂਰਤ ਨਹੀਂ ਕਿ ਆਕਸੀਜਨ ਦੀ ਵੀ, ਔਰ ਡਾਕਟਰਸ ਦੇ ਮਾਹਰ ਦਾ ਇਹ ਕਹਿਣਾ ਹੈਗਾ ਕਿ ਫਸਟ ਸਟੇਜ ਦੇ ਵਿੱਚ ਕੋਈ ਆਕਸੀਜਨ ਦੀ ਜ਼ਰੂਰਤ ਨਹੀਂ ਹੈਗੀ। ਪਰ ਆਪਣੇ ਪੈਨਿਕ ਕ੍ਰੀਏਟ ਹੋਣ ਕਰਕੇ ਜਿਹੜਾ ਹੈਗਾ ਆਕਸੀਜਨ ਦੀ ਜਿਹੜੀ ਮੇਰੇ ਕੋਲ ਖਪਤ ਵੀ ਜ਼ਿਆਦਾ ਹੋ ਰਹੀ ਹੈਗੀ, ਤਾਂ ਇਸ ਕਰਕੇ ਉਹਦੇ ਵਿੱਚ ਹੈ ਕਿ ਤੁਸੀਂ ਪੇਟ ਭਰਨੇ ਵੱਲ ਲੇਟ ਜਾਂਦੇ ਹੋਗੇ ਤਾਂ ਉਹਦੇ ਨਾਲ ਤੁਸੀਂ ਜਿਹੜੀ ਆਕਸੀਜਨ ਲੈਵਲ ਬੇਸ਼ੱਕ ਦੀ ਤੁਹਾਡਾ 80-85 ਤੇ ਵੀ ਚਲਾ ਜਾਵੇ ਉਹ 10-15 ਮਿੰਟ 'ਚ ਰਾਈਜ਼ ਹੋ ਜਾਂਦਾ। ਔਰ ਬਹੁਤ ਹੀ ਵਧੀਆ ਗੱਲ ਦੱਸੀ ਐਮਐਲਏ ਸਾਹਿਬ ਨੇ ਕਿ ਤੁਸੀਂ ਅਗਰ ਮੁੱਦੇ ਹੋ ਕੇ ਉਹਦਾ ਕਰਦੇ ਹੋ ਤਾਂ ਉਹਦੇ ਨਾਲ ਵੀ ਆਕਸੀਜਨ ਲੈਵਲ ਵੱਧਦਾ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਅਗਰ ਉਹ ਨੈਬੂਲਾਈਜ਼ਰ ਦਾ ਵੀ ਪ੍ਰਯੋਗ ਕਰਦੇ ਹਨ ਤਾਂ ਉਹਦੇ ਨਾਲ ਵੀ ਜਿੰਨੀ ਐਟਮੋਸਫੇਅਰ ਦੇ ਆਕਸੀਜਨ ਹੈਗੀ ਉਹ ਕੰਸਨਟ੍ਰੇਟਿਡ ਫਾਰਮ 'ਚ ਉਹਨਾਂ ਦੇ ਅੰਦਰ ਜਾ ਸਕਦੀ ਹੈ। ਅਸੀਂ ਇਸ ਲਈ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਹਰ ਇੱਕ ਗਲੀ ਦੇ ਵਿੱਚ, ਹਰ ਇੱਕ ਮੁਹੱਲੇ ਵਿੱਚ 2-3 ਨੈਬੂਲਾਈਜ਼ਰ ਜ਼ਰੂਰ ਆਪਣੇ ਘਰ ਦੇ ਵਿੱਚ ਰੱਖੋ ਤਾਂ ਕਿ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਅਗਰ ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਪੜਦੀ ਹੈ 90 ਤੋਂ ਬਿਲੋ ਜਾਂਦੀ ਹੈ ਤਾਂ ਨੈਬੂਲਾਈਜ਼ਰ ਦੇ ਪ੍ਰਯੋਗ ਦੇ ਨਾਲ ਉਹਦਾ ਆਪਾਂ ਯੂਜ਼ ਕਰ ਸਕਦੇ ਹਾਂ। ਹੋਰ ਕੁਝ ਤੁਸੀਂ ਕਹਿਣਾ ਚਾਹੋ? ਬਸ ਓਕੇ, ਥੈਂਕ ਯੂ ਸਰ, ਥੈਂਕ ਯੂ। ਔਰ ਇਹ ਹੈ ਅੱਜ ਦਾ ਵੈਕਸੀਨੇਸ਼ਨ ਡਰਾਈਵ ਜੋ ਕੁਲਥਮ ਫੈਸ਼ਨ ਤੇ ਚੱਲ ਰਿਹਾ। ਅਸੀਂ ਵੱਧ ਤੋਂ ਵੱਧ ਦਰਸ਼ਕਾਂ ਨੂੰ ਕਵਾਂਗੇ ਕਿ ਇੱਥੇ ਪਹੁੰਚਣ ਔਰ ਕਰੋਨਾ ਦੇ ਖਿਲਾਫ ਜੋ ਪੂਰੇ ਦੇਸ਼ ਲੜ ਰਿਹਾ ਉਸ ਜੰਗ ਦੇ ਵਿੱਚ ਸਹਾਇਤਾ ਦਿਓ। ਉਹ ਸਹਾਇਤਾ ਤੁਸੀਂ ਇਸ ਤਰ੍ਹਾਂ ਦੇ ਰਹੇ ਹੋ ਕਿ ਅਗਰ ਸਾਡਾ ਪੂਰਾ ਦੇਸ਼ ਵੈਕਸੀਨੇਟ ਹੋ ਜਾਏਗਾ ਤਾਂ ਇਹ ਬਿਮਾਰੀ ਫੈਲਣ ਦੇ ਵਿੱਚ ਆਪਾਂ ਰੋਕ ਲਾ ਸਕਾਂਗੇ, ਇਸ ਚੇਨ ਨੂੰ ਆਪਾਂ ਤੋੜ ਸਕਾਂਗੇ। ਥੈਂਕ ਯੂ ਵੈਰੀ ਮੱਚ। ਮਨੂ ਅਰੋੜਾ ਦੀ ਰਿਪੋਰਟ ਫਗਵਾੜਾ ਪ੍ਰਾਈਮ ਟਾਈਮ TV ਤੋਂ, ਸ਼ਹਿਰ ਫਗਵਾੜਾ ਤੋਂ। ਹਾਂਜੀ, ਯਾ